ਸੋ ਸਟੂਡੈਂਟਸ, ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਵੀ ਅੱਜ ਕੱਲ ਜਿਹੜੇ ਵੀ ਆਇਲਸ ਦੇ ਐਗਜ਼ਾਮ ਹੋ ਰਹੇ ਆ ਉਹਨਾਂ ਦੇ ਵਿੱਚ ਜਿਹੜਾ ਟਾਸਕ 1 ਆ ਰਾਈਟਿੰਗ ਦਾ, ਉਹ ਜ਼ਿਆਦਾਤਰ ਕਿਹੜਾ ਆ ਰਿਹਾ ਵਾ, ਮਲਟੀ ਗ੍ਰਾਫ ਜਾਂ ਫਿਰ ਜਿਹਨੂੰ ਆਪਾਂ ਮਲਟੀ ਚਾਰਟ ਕਹਿ ਦਿੰਦੇ ਆ, ਜਿਹਦੇ ਵਿੱਚ ਆਪਣੇ ਕੋਲ ਦੋ ਤਰ੍ਹਾਂ ਦੇ ਚਾਰਟ, ਜਿਵੇਂ ਕਿ ਤੁਹਾਡੇ ਸਾਹਮਣੇ ਐਗਜ਼ਾਮਪਲ ਆ, ਇੱਕ ਦੇ ਵਿੱਚ ਪਾਈ ਪਲੱਸ ਬਾਰ ਆ। ਇਸ ਤਰੀਕੇ ਨਾਲ ਕਿਵੇਂ ਵੀ ਆ ਸਕਦਾ, ਪਾਈ ਦੇ ਨਾਲ ਲਾਈਨ ਆ ਜੇ, ਬਾਰ ਦੇ ਨਾਲ ਲਾਈਨ ਗ੍ਰਾਫ ਆ ਜੇ, ਟੇਬਲ ਦੇ ਨਾਲ ਪਾਈ ਚਾਰਟ ਆ ਜੇ। ਸੋ ਐਵੇਂ ਦੇ ਗ੍ਰਾਫ ਨੂੰ ਆਪਾਂ ਕਿਵੇਂ ਹੈਂਡਲ ਕਰਨਾ, ਕਿਵੇਂ ਡੀਲ ਕਰਨਾ। ਠੀਕ ਆ, ਬੜੀਆਂ ਕਨਫਿਊਜ਼ਨਾਂ ਮੈਂ ਸਟੂਡੈਂਟ ਦੇ ਮਨ ਦੇ ਵਿੱਚ ਵੀ ਇਹਨਾਂ ਦੀ ਇੰਟਰੋ ਕਿਵੇਂ ਲਿਖੀਏ, ਇਹਦਾ ਓਵਰਆਲ ਕਿਵੇਂ ਲਿਖੀਏ, ਬੀਪੀ ਕਿਵੇਂ ਬਣਾਈਏ, ਜਾਂ ਇਹਨਾਂ ਦਾ ਕੰਪੈਰੀਜ਼ਨ ਕਰਨਾ ਕਿ ਕੀ ਕਰਨਾ। ਠੀਕ ਆ, ਹਰ ਇੱਕ ਚੀਜ਼ ਬੜੇ ਹੀ ਵਧੀਆ ਤਰੀਕੇ ਨਾਲ ਮੈਂ ਜਸਟੀਫਾਈ ਕਰੂੰਗਾ। ਪਲੀਜ਼ ਵੀਡੀਓ ਦੇ ਐਂਡ ਤੱਕ ਜੁੜੇ ਰਹੀਓ, ਕਿਉਂਕਿ ਕੋਈ ਵੀ ਚੀਜ਼ ਰਹਿੰਦੀ ਹੈ, ਚਾਹੇ ਇੰਟਰੋ ਰਹਿ ਜੇ, ਓਵਰਆਲ ਰਹਿ ਜਾਂਦਾ, ਜਾਂ ਬੀਪੀ ਦੇ ਵਿੱਚ ਕੋਈ ਚੀਜ਼ ਰਹਿ ਜਾਂਦੀ, ਤਾਂ ਉਹਦੇ ਨਾਲ ਨਾ ਪੂਰਾ ਆਪਾਂ ਜਸਟੀਫਾਈ ਨਹੀਂ ਕਰ ਪਾਉਂਦੇ। ਸੋ ਹਰ ਇੱਕ ਚੀਜ਼ ਇੰਪੋਰਟੈਂਟ ਆ, ਪਲੀਜ਼ ਲਾਸਟ ਤੱਕ ਜੁੜੇ ਰਹੀਓ। ਲਾਸਟ ਦੇ ਵਿੱਚ ਜਿਹੜੀ ਮੈਂ ਚੀਜ਼ ਦੱਸੂਗਾ ਸਾਰਿਆਂ ਨਾਲ ਜ਼ਿਆਦਾ ਇੰਪੋਰਟੈਂਟ ਉਹੀ ਰਹਿਣੀ ਹੈ ਤੁਹਾਡੇ ਵਾਸਤੇ। ਸੋ ਜੁੜੇ ਰਹੀਓ, ਠੀਕ ਆ। ਸੋ ਪੁਆਇੰਟ 'ਤੇ ਆਉਂਦੇ ਹੋਏ ਮੈਂ ਸਿੱਧਾ ਸਟਾਰਟ ਕਰੂੰਗੀ। ਸਾਰਿਆਂ ਨਾਲ ਪਹਿਲਾਂ ਆਪਾਂ ਦੇਖਣਾ, ਐਨਾਲਾਈਜ਼ ਕਰਨਾ ਵਾ ਆਪਣੇ ਚਾਰਟ ਨੂੰ। ਹੁਣ ਇਹਦੇ ਵਿੱਚ ਕੀ ਆ, ਸਾਰਿਆਂ ਨਾਲ ਪਹਿਲਾਂ ਆਪਾਂ ਇਹਦੀ ਇੰਟਰੋ ਜਾਂ ਇਹਦੇ ਵਿੱਚ ਜਿਹੜੀ ਦਿੱਤੀ ਹੋਈ ਆ ਆਪਾਂ ਹੈਡਿੰਗ, ਉਹ ਆਪਾਂ ਪੜ੍ਹਦੇ ਹਾਂ। ਜਿਵੇਂ ਇਹਦੇ ਵਿੱਚ ਲਿਖਿਆ the charts ਜਿਹੜੇ ਦੋ ਚਾਰਟਸ ਆ, below shows the distribution of world's water। ਠੀਕ ਆ, ਵੀ ਕਹਿੰਦੇ ਵੀ ਜਿਹੜੇ ਤੇ ਉੱਪਰ ਵਾਲੇ ਦੋ ਆਪਣੇ ਪਾਈ ਚਾਰਟਸ ਨੇ, ਉਹ ਕੀ ਸ਼ੋ ਕਰ ਰਹੇ ਨੇ, ਡਿਸਟਰੀਬਿਊਸ਼ਨ ਆਫ ਵਰਲਡਸ ਵਾਟਰ ਆ। ਤੁਸੀਂ ਦੇਖ ਸਕਦੇ ਹੋ ਡਿਸਟਰੀਬਿਊਸ਼ਨ ਆਫ ਵਰਲਡ ਵਾਟਰ ਲਿਖਿਆ ਆ, ਐਂਡ ਦਾ ਯੂਜ਼ ਆਫ ਵਾਟਰ ਇਨ 3 ਕੰਟਰੀ। ਤੇ ਆ ਜਿਹੜਾ ਥੱਲੇ ਵਾਲਾ ਬਾਰ ਗ੍ਰਾਫ ਆ, ਇਹ ਸ਼ੋ ਕਰਦਾ ਪਿਆ ਯੂਜ਼ ਆਫ ਵਾਟਰ 3 ਕੰਟਰੀਜ਼ ਕਿਹੜੀਆਂ, ਇਜਿਪਟ, ਸਾਊਦੀ ਅਰਬ ਤੇ ਕੈਨੇਡਾ। ਠੀਕ ਆ, ਤੇ ਇਹਨਾਂ ਦੇ ਵਿੱਚ ਕਾਹਦਾ ਯੂਜ਼, ਕਾਹਦਾ, ਐਗਰੀਕਲਚਰ ਤੇ ਡੋਮੈਸਟਿਕ ਤੇ ਇੰਡਸਟਰੀਜ਼ 'ਚ। ਠੀਕ ਆ, ਸੋ ਆਪਾਂ ਗ੍ਰਾਫ ਦੇਖ ਲਿਆ ਵਾ ਵੀ ਪਹਿਲਾ ਜਿਹੜਾ ਪਾਈ ਚਾਰਟ ਤਾਂ ਡਿਸਟਰੀਬਿਊਸ਼ਨ ਆਫ ਵਰਲਡਸ ਵਾਟਰ ਦੱਸਦਾ ਪਿਆ, ਜਿਹਦੇ ਵਿੱਚ ਇੱਕ ਤੇ ਆਪਣੇ ਕੋਲ ਹੈਗਾ ਓਲ ਵਾਟਰ, ਵੀ ਟੋਟਲ ਵਾਟਰ ਕੀ ਆ। ਟੋਟਲ ਵਾਟਰ ਕਹਿੰਦੇ ਵੀ ਜਿਹੜਾ ਟੋਟਲ ਵਾਟਰ ਆ ਉਹਦਾ 97% ਜਿਹੜਾ ਪਾਰਟ ਆ ਉਹ ਤਾਂ ਹੈਗਾ ਸੋਲਟ ਦਾ, ਤੇ 3% ਹੈਗਾ ਫਰੈਸ਼ ਵਾਟਰ ਦਾ। ਠੀਕ ਹੈ, ਓਕੇ। ਤੇ ਦੈਨ ਜਿਹੜਾ ਆਪਣਾ ਫਰੈਸ਼ ਵਾਟਰ ਆ ਉਹਨੂੰ ਫਿਰ ਅਲੱਗ ਤੋਂ ਡਿਸਟਰੀਬਿਊਟ ਕਰਤਾ ਇਹਨਾਂ ਨੇ, ਵੀ ਜਿਹੜਾ ਫਰੈਸ਼ ਵਾਟਰ ਆ ਉਹ 79% ਤੇ ਆਈਸ ਤੇ ਗਲੇਸ਼ੀਅਰਸ ਦੀ ਫੋਰਮਸ ਦੇ ਵਿੱਚ ਆ। ਦੈਨ ਜਿਹੜਾ 20% ਉਹ ਗਰਾਊਂਡ ਵਾਟਰ ਆ, ਤੇ 1% ਜਿਹੜਾ ਰਹਿ ਗਿਆ ਉਹ ਸਰਫੇਸ ਵਾਟਰ ਆ। ਠੀਕ ਹੈ, ਸੋ ਇਹਨਾਂ ਨੇ ਇਸ ਤਰੀਕੇ ਨਾਲ ਵਾਟਰ ਨੂੰ ਡਿਸਟਰੀਬਿਊਟ ਕਰਤਾ। ਆਪਾਂ ਨੂੰ ਇਸ ਤਰੀਕੇ ਨਾਲ ਗ੍ਰਾਫ ਨੂੰ ਐਨਾਲਾਈਜ਼ ਕਰਨਾ ਹੀ ਪੈਣਾ। ਠੀਕ ਆ, ਜੇ ਤੁਸੀਂ ਕਹੋਗੇ ਵੀ ਮੈਂ ਸਿੱਧਾ ਲਿਖਣ ਲੱਗ ਜਾ, ਉਹਦੇ ਨਾਲ ਕੋਈ ਤੁਹਾਡੇ ਵਧੀਆ ਕੋਈ ਚੀਜ਼ ਨਹੀਂ, ਨਾ ਹੀ ਉਹ ਮਤਲਬ ਬੇਵਕੂਫੀ ਆ ਇੱਕਦਮ ਚੀਜ਼ ਨੂੰ ਸ਼ੁਰੂ ਕਰਨਾ। ਪਲੈਨਿੰਗ ਤੇ ਐਨਾਲਾਈਜ਼ ਬਹੁਤ ਜ਼ਰੂਰੀ ਆ। ਦੈਨ ਸੈਕਿੰਡ ਬਾਰ ਗ੍ਰਾਫ ਨੂੰ ਆਪਾਂ ਐਨਾਲਾਈਜ਼ ਥੋੜਾ ਕਰ ਲਈਏ। ਯੂਜ਼ ਆਫ ਵਾਟਰ ਆ 3 ਕੰਟਰੀਜ਼ ਦੇ ਵਿੱਚ, ਉਹ ਆਪਾਂ ਨੂੰ ਪਤਾ ਹੀ ਲੱਗ ਹੀ ਗਿਆ ਸੀ। ਐਗਰੀਕਲਚਰ, ਡੋਮੈਸਟਿਕ ਤੇ ਇੰਡਸਟਰੀਜ਼ ਪਰਪਸ ਵਾਸਤੇ 3 ਕੰਟਰੀਆਂ ਕਿੰਨੇ ਕਿੰਨੇ % ਆਪਦੇ ਵਾਟਰ ਨੂੰ ਯੂਜ਼ ਕਰਦੀਆਂ। ਸੋ ਆਪਾਂ ਨੂੰ ਪਤਾ ਲੱਗ ਗਿਆ ਵੀ ਪਾਈ ਤੇ ਬਾਰ ਗ੍ਰਾਫ ਇਹਨਾਂ ਨੇ ਐਵੇਂ ਦਿੱਤਾ ਹੋਇਆ। ਹੁਣ ਗੱਲ ਆਉਂਦੀ ਆ ਆਪਾਂ ਲਿਖਣਾ ਕਿਵੇਂ ਆ। ਠੀਕ ਆ, ਫਸਟ ਆਫ ਆਲ ਆਪਾਂ ਆਪਣੀ ਇੰਟਰੋ ਦੇਖਦੇ ਹਾਂ ਵੀ ਕਿਵੇਂ ਲਿਖਣੀ ਹੈ। ਸੋ ਮੈਂ ਸਾਰਾ ਇਹਦਾ ਸੈਂਪਲ ਤਿਆਰ ਕੀਤਾ ਹੋਇਆ ਵਾ ਤੁਹਾਡੇ ਲਈ। ਠੀਕ ਆ, ਸੋ ਪਹਿਲਾਂ ਮੈਂ ਲਿਖਿਆ ਵਾ ਪਾਈ ਚਾਰਟਸ ਦੀ ਗੱਲ ਕੀਤੀ ਆ। ਦੇਖੋ, ਦਾ ਪਾਈ ਚਾਰਟਸ ਗਿਵ ਇਨਫੋਰਮੇਸ਼ਨ ਅਬਾਊਟ, ਵੀ ਲਿਖਿਆ ਵੀ ਜਿਹੜਾ ਪਾਈ ਚਾਰਟਸ ਉਹ ਕਾਹਦੀ ਇਨਫੋਰਮੇਸ਼ਨ ਅਬਾਊਟ ਕਹਿੰਦਾ, ਹਾਊ ਦਾ ਵਰਲਡਸ ਵਾਟਰ ਇਜ਼ ਡਿਸਟਰੀਬਿਊਟਡ, ਵੀ ਜਿਹੜਾ ਵਰਲਡ ਦਾ ਪੂਰਾ ਵਾਟਰ ਆ ਉਹ ਕਿਵੇਂ ਡਿਸਟਰੀਬਿਊਟ ਹੁੰਦਾ। ਹੁਣ ਤੁਹਾਨੂੰ ਵੀ ਪਤਾ ਵਾ, ਆਪਾਂ ਇੱਥੇ ਵੀ ਦੇਖਿਆ ਵੀ ਜਿਹੜਾ ਪਾਈ ਚਾਰਟ ਆ ਆਹੀ ਦੱਸਦਾ ਵੀ ਸਾਰੇ ਵਰਲਡ ਦਾ ਜਿਹੜਾ ਵਾਟਰ ਆ ਕਿਹੜੇ ਕਿਵੇਂ ਕਿਵੇਂ ਡਿਸਟਰੀਬਿਊਟ ਕੀਤਾ, ਫਰੈਸ਼ ਵਾਟਰ 'ਚ, ਸੋਲਟ 'ਚ, ਅੱਗੇ ਫਰੈਸ਼ ਵਾਟਰ ਕਿਵੇਂ ਕੀਤਾ। ਹੁਣ ਇੱਥੇ ਮੇਨ ਗੱਲ ਜਿਹੜੀ ਦੇਖਣ ਵਾਲੀ ਕੀ ਆ, ਐਕਟਿਵ ਤੋਂ ਪੈਸਿਵ ਬਣਾਇਆ ਮੈਂ। ਠੀਕ ਆ, ਉੱਥੇ ਲਿਖਿਆ ਸੀ ਡਿਸਟਰੀਬਿਊਸ਼ਨ ਆਫ ਵਾਟਰ, ਪਰ ਮੈਂ ਇੱਥੇ ਕੀ ਲਿਖਤਾ, ਵਰਲਡਸ ਵਾਟਰ ਇਜ਼ ਡਿਸਟਰੀਬਿਊਟਡ। ਇਜ ਤੋਂ ਬਾਅਦ ਸੈਕਿੰਡ ਫਾਰਮ ਮਤਲਬ ਪੈਸਿਵ 'ਚ। ਬੜੀ ਹੀ ਇੰਪ੍ਰੈਸਿਵ ਚੀਜ਼ ਆ। ਤੁਸੀਂ ਵੀ ਇਸ ਤਰੀਕੇ ਨਾਲ ਇੰਟਰੋ ਲਿਖ ਕੇ ਐਗਜ਼ਾਮੀਨਰ ਨੂੰ ਇੰਪ੍ਰੈਸ ਕਰ ਸਕਦੇ ਹੋ। ਜਿਵੇਂ ਕਿ ਤੁਹਾਨੂੰ ਪਤਾ ਹੀ, ਸਾਰੇ ਕਹਿੰਦੇ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਸੋ ਆਪਾਂ ਐਵੇਂ ਆਪਾਂ ਐਕਟਿਵ ਟੂ ਪੈਸਿਵ ਕਰਕੇ ਆਪਣੀ ਇੰਟਰੋ ਇੰਪ੍ਰੈਸਿਵ ਬਣਾ ਸਕਦੇ ਹਾਂ। ਦੈਨ ਕੋਮਾ ਲਾਤਾ ਮੈਂ, ਬੜਾ ਜ਼ਰੂਰੀ ਹੈ ਕੋਮਾ ਲਾਉਣਾ, ਪੰਚੁਏਸ਼ਨਸ ਦੇ ਆਪਣੇ ਬੈਂਡਸ ਨੇ। ਠੀਕ ਆ, ਵੇਅਰ ਐਜ਼ ਮੈਂ ਇੱਕ ਕਨੈਕਟਰ ਲਾਤਾ ਵੀ ਦੂਜੀ ਤਰਫ ਕੀ ਕਹਿੰਦਾ, ਦੂਜੀ ਤਰਫ ਦਾ ਬਾਰ ਗ੍ਰਾਫ ਇਲਸਟ੍ਰੇਟ ਦੀ ਥਾਂ ਤੁਸੀਂ ਆਪਣਾ ਜੋ ਵਰਡ ਲਾਉਣਾ, ਡੈਮੋਸਟ੍ਰੇਟ, ਐਕਸਪਲੇਨ, ਜੋ ਮਰਜ਼ੀ ਲਾਓ। ਠੀਕ ਆ, ਬਾਰ ਗ੍ਰਾਫ ਕੀ ਦੱਸਦਾ ਵਾ, ਦਾ ਪਰਸੈਂਟੇਜ ਆਫ ਵਾਟਰ ਯੂਜ਼ਡ ਇਨ ਐਗਰੀਕਲਚਰ, ਡੋਮੈਸਟਿਕ ਯੂਜ਼ ਐਂਡ ਇੰਡਸਟਰੀਜ਼ ਇਨ 3 ਕੰਟਰੀਜ਼। 3 ਕੰਟਰੀਜ਼ ਕਿਹੜੀਆਂ, ਇਜਿਪਟ, ਸਾਊਦੀ ਅਰਬ ਤੇ ਕੈਨੇਡਾ। ਲਿਖਣਾ ਤਾਂ ਕੰਟਰੀਜ਼ ਲਿਖ ਦੋ, ਨਹੀਂ ਤਾਂ ਬ੍ਰੈਕਟ 'ਚ ਵੀ ਤੁਸੀਂ ਲਿਖ ਸਕਦੇ ਹੋ। ਠੀਕ ਆ, ਹੁਣ ਕੀ ਆ ਵੀ ਜਿਹੜਾ ਬਾਰ ਗ੍ਰਾਫ ਕੀ ਦੱਸਦਾ ਵਾ, ਪਰਸੈਂਟੇਜ ਆਫ ਵਾਟਰ ਯੂਜ਼ਡ ਇਨ ਐਗਰੀਕਲਚਰ, ਡੋਮੈਸਟਿਕ ਯੂਜ਼ ਤੇ 3 ਕਿੱਥੇ, ਇੰਡਸਟਰੀ ਦੇ ਵਿੱਚ 3 ਜਿਹੜੀਆਂ ਕੰਟਰੀਆਂ ਉਹਨਾਂ ਦੇ ਵਿੱਚ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਅਲੱਗ ਅਲੱਗ ਇਹਨਾਂ ਦੀ
इंट्रो लिखनी है भी पहला लिखना भी पहला ग्राफ की कहता, दूजा लिखना दूजा की कहता, एक तुसी एक्टिव पाता, एक तुसी सिंपल सेंटेंस पाता। ਇਹਦੇ ਨਾਲ थोड़ी सेंटेंस फॉर्मेशन ਦਾ अगले ਨੂੰ पता लगता एग्जामिनर ਨੂੰ ਬੱਚੇ ਨੂੰ ਦੋਵਾਂ ਤਰ੍ਹਾਂ ਦੇ सेंटेंस बनाने ਹੁੰਦੇ ਆ। ठीक है, बस लास्ट तक देखियो, जुड़े हो रहो, देखियो किन्ने वधिया तरीके नाल तुसीं आप कहोगे भी हाँ भी सर मज़ा आ गया पढ़न च। ठीक है, हुण दैन सैकेंड चीज़ आउंदी है ओवरऑल किवें लिखीए। ओवरऑल का की मतलब होंदा, भावें कोई भी तरीके का ग्राफ आ, कोई भी तरीके का चार्ट आ, भावें सिंगल आ, भावें अपने डबल आ या मल्टी चार्ट जिन्हों कहने ओ आ। ठीक है, ओवरऑल का मतलब होंदा भी एक ओवरव्यू, मेन चीज़ां की उहदे च, मेन चीज़ां की आ, तुहानूं पहली बारी जो ग्राफ देखदे हो तुहानूं की दिखिया। ठीक है, हुण मैं कहां, मैं जो आह वाले ग्राफ में देखा, मैंने सारे नाल पहलां दिखिया सॉल्ट वाटर जिहड़ा कि 97% च आ। दैन जो मैं फ्रैश वाटर में देखता, फिर मैंने देखा ग्लैशियर्स जिहड़ा कि 79% च आ। फिर मैं जो बार ग्राफ देखा, फिर मैनू की देखते हैं भी जो साउदी अरब तो इजिप्ट आ, उन्होंने ज़्यादा जो वाटर कदे वास्ते अपने फस्ट की एग्रीकल्चर वास्ते यूज़ किया। दैन कैनेडा ने वो कंट्रास्ट के इंडस्ट्री तो ज़्यादा वाटर यूज़ किया। सो मेन चेंजिज आ ही आ, मैं यही लिखूँगा ओवरऑल दे विच। ठीक है, तो यही आप लिखे हुए आ। आई विल शो यू। देखो ओवरऑल लिखता कोमा, द सॉल्ट वाटर मेक्स अप ऑन ओवरवेलमिंग मेजोरिटी ऑफ वर्ल्ड्स वाटर। सॉल्ट वाटर ने वो मेक अप ऑन ओवरवेलमिंग, इनू तुसी एवें दे एवें यूज़ कर सकते हो जदों कोई एक मेजर प्रपोर्शन तुसी लिखना। ठीक है, एक पाई चार्ट, एक बार ग्राफ या किसी दे विच भी जिहदी वैल्यू ज़्यादा आ, तुसी उहनूं मेक अप ऑन ओवरवेलिंग मेजोरिटी, ये चीज़ तुसी ला के उन्होंने डिस्क्राइब कर सकते हैं। सो मैं लिखता सॉल्ट वाटर मेकअप ऑन ओवरवेलिंग मेजोरिटी ऑफ वर्ल्ड्स वाटर, भी कहने का मतलब आ भी साल्ट वाटर जिहड़ा मेजोरिटी दे विच प्रेजेंट आ वर्ल्ड दे वाटर दे विच। वर्ल्ड दा वाटर किहड़ा, वर्ल्ड दा वाटर तुहानूं भी पता ही है, तो वर्ल्ड दे वाटर नूं ओल वाटर लिखता भी ओल वाटर वाले केस दे विच साल्ट जिहड़ा वाटर आ वो मेजोरिटी दे विच आ। दैन फ्रैश वाटर की गल करांगे आपां सैकेंडली, दैन आपां बार ग्राफ की गल। दैन आ गया ना, इत्थे मैं लाता अपना फुल स्टॉप। दैन फ्रैश वाटर इज मेड ऑफ, इज मेड कहना मतलब इज प्लस सैकेंड फॉर्म, फिर पैसिव की गल की मैं। फ्रैश वाटर इज मेड ऑफ क्या बनया, फ्रैश वाटर ज़्यादातर थोनों भी पता ज़्यादा प्रपोर्शन की थी आइस ते ग्लैशियर का। फ्रैश वाटर इज मेड ऑफ मेनली वाटर फ्रॉम किहड़े वाटर तो, आइस एंड ग्लैशियर। पहले की गल की मैं साल्ट सी मेजोरिटी, दूजे की गल की फ्रैश वाटर ज़्यादातर जो मेनली कहते बनया आइस ते ग्लैशियर ना। हुण तीजा जो बार ग्राफ से वो भी मैं दिखाया सी, दोबारा फिर देख लें। इजिप्ट तो साउदी अरब ज़्यादा अपना एग्रीकल्चर वास्ते पानी यूज़ करते हैं, तो इंडस्ट्री वास्ते कैनेडा यूज़ करता। सो वही अगे लिखिया होना बार ग्राफ के देखो, वाइल द मोस्ट वाटर इन इजिप्ट एंड साउदी अरब, जो मोस्ट वाटर इजिप्ट ते साउदी अरब के काहदे लई यूज होंदा, इज यूज्ड फॉर एग्रीकल्चर वास्ते कोमा लाता कोमा। बट इन कैनेडा इट इज़ प्रीडोमीनेंटली यूज्ड फॉर इंडस्ट्री, पर कैनेडा दे विच इहदा प्रीडोमीनेंट जिहड़ा प्रपोर्शन आ या डोमीनेंट फैक्टर इंडस्ट्री आ। ठीक है, तुसीं किसी भी तरीके नाल तां लिख सकते हो, अपनी सेंटेंस फॉर्मेशन नूं गल सही होनी चाहिए आ, ये नहीं कहता मैं मेरे तरीके नहीं लिखूँ। ठीक है, एवें आपां ओवरऑल लिखना। पाई चार्ट च पहला दोनों का अलग अलग लिखिया, पहले का लिखिया ओल वाटर का, सैकेंड मैं लिखिया फ्रैश वाटर की मेजोरिटी, दैन बार ग्राफ के मेन चेंजिस। सो इस तरीके ओवरऑल डील करनी। दैन अपना नैक्सट आ जाता अपना BP1। ठीक है, हुण BP1 के मैं की करना, पहले BP तो मैं पाई चार्ट में एक्सप्लेन कर दूंगा, दैन सैकेंड BP जो अपना आता वा वो मैं अपने बार ग्राफ में एक्सप्लेन करूँगा। सो लैट्स सी। ठीक है, हुण मैं स्टार्ट किया, द पाई चार्ट शो डैट, पाई चार्ट की शो करता वा, हुण तुहानूं भी पता भी आप पहला एक देख ही लैने आ, जिहड़ा ओल वाटर का पाई चार्ट की शो कर रहा 97% सोल्ट आ, 3% फ्रैश वाटर आ, बस इन्ना क डाटा अपना। ठीक है, यही आप लिखना। द पाई चार्ट शोज डैट, सिंपली शुरू करो, जिन्ना नैचुरल जिन्ना सिंपल एक अपना टास्क रहूगा उन्नी ही ज़्यादा बैंड बढ़ जाना। द पाई चार्ट शो डैट 97% ऑफ ग्लोबल वाटर की या ओल वाटर, वर्ल्ड्स वाटर, ओल वाटर में वर्ल्ड वाटर का सिनोनिम यूज़ किया पहला मैं, हुण ना ग्लोबल वाटर लिखता। ठीक है, 97% ऑफ ग्लोबल वाटर इज की आ सॉल्ट वाटर दसिया थोनों 97 की आ, कंपेयर्ड टू 3% ऑफ विच इज़ फ्रैश वाटर, वो कंपैरिजन च 3% की आ
अपना फ्रैश वाटर। कहना मतलब मैं अलग अलग लाइन नहीं बनाई भी 97% तो अपना ग्लोबल वाटर आ, दैन मैं दूजी लाइन च लिखूँगा 3% फ्रैश वाटर आ। नहीं, मैं की किया पहला लिखता 97% की है सॉल्ट वाटर कंपेयर्ड टू एक अपना कनैक्टर के रूप के यूज़ होया इत्थे कि कंपैरिजन च 3% जोड़ा की है एक फ्रैश वाटर। ऐ सारे सेंटेंस आप एवें ही लिखने कंपैरिजन के नाल, ठीक है। दैन आप हुण इनू एक्सप्लेन करता भी 97% सॉल्ट 3% फ्रैश वाटर। दैन फ्रैश वाटर की गल करते हैं 79% जो एक बिग प्रपोर्शन आइस ते ग्लैशियर्स, 20% ग्राउंड वाटर, 1% इहदा सरफेस वाटर। देख लिया। हुण आपां देखिए इनू आपां लिखना किवें। द वाटर फ्रॉम आइस एंड ग्लैशियर्स, ਜਿਹੜਾ वाटर आइस ਤੇ ਗਲੇਸ਼ੀਅਰਸ ਤੋਂ ਨਿਕਲਿਆ ਅਕਾਊਂਟ ਹੋਇਆ ਕਿੱਥੇ 79% ਤੇ। ਅਕਾਊਂਟ ਦੀ ਥਾਂ ਤੇ ਤੁਸੀਂ ਨੋਟਿਸ ਐਟ, ਸੀਨ ਐਟ, ਠੀਕ ਆ, ਜੋ ਤੁਹਾਡੇ ਦਿਮਾਗ ਦੇ ਵਿੱਚ ਵਰਡ ਆਉਂਦੇ ਤੁਸੀਂ ਲਿਖ ਸਕਦੇ ਹੋ, ਠੀਕ ਆ। बस कैन जो अपना डाटा दिता वो होना चाहिए। द वाटर फ्रॉम आइस एंड ग्लैशियर अकाउंट एट 79% ऑफ ऑल फ्रैश वाटर। सारे फ्रैश वाटर चो कहते 79% कला किहड़ा वाटर है जिहड़ा आइस ते ग्लैशियर्स का वा। एज अपोज टू एज जिवें उत्थे मैं एज कंपेयर टू लिखा जी, इत्थे मैं एज अपोज टू कनैक्टर लाया। एज अपोज टू किहदे अपोज च ग्राउंड वाटर एंड सरफेस वाटर। किहदे अपोज च ग्राउंड वाटर ते सरफेस वाटर दे ਉਹਦਾ डाटा भी लिख दो विच इज सीन एट जिन्हों आप कित्थे देखिया सी किन्ने परसेंट ते 20% एंड 1% रिस्पैक्टिवली। सो एवें आपां एक वधिया कंपलैक्स सेंटेंस बना के इक्के लाइनस दे विच आपां सारे डाटा नूं एक्सप्लेन करता। पहला पाई चार्ट नूं आपां पहले जिहड़ा पाई चार्ट सी उहनूं भी एक लाइन च, दैन सैकेंड वन नूं एक लाइन च। सो एवें एज ए कंपैरिजन करके जिते मैं किहड़े कनैक्टर यूज़ किए कंपेयर टू एज अपोज टू दैन आ रिस्पैक्टिवली वाला भी एक सेंटेंस फॉर्मेशन होंदी है जिहड़ी कि ज़्यादा इफैक्टिव लगती है, ठीक है। दैन आपां आउणे आ अपना नैक्सट ते फाइनल जिहड़ा अपना आउंदा वा बार ग्राफ, ठीक है। हुण मैंने शुरू किवें कीता, गल हुंदी आ बीपी नूं शुरू करन दी ते बीपी नूं एंड करन दी, ठीक है। हुण मैं सीधा इत्थों एवें नहीं शुरू करना सी, सीधा ही इजिप्ट की गल करना पैना, वो भी गल नहीं सही। पहलां आपां दसना पऊगा भी ग्राफ काहदे बारे है। ग्राफ काहदे बारे है? द यूज़ ऑफ वाटर। यूज़ ऑफ वाटर मैं वही लिखा इन द टर्म्स ऑफ यूज़ ऑफ वाटर कोमा। हुण कहण दा मतलब मैं हुण गल किहदी करन जा रहा यूज़ ऑफ वाटर की, ठीक है। हुण आपां नूं पता ही है अगे भी आपां देखे सी इजिप्ट ते साउदी अरब का जिहड़ा ज़्यादातर वाटर आ किहदे च कंज्यूम हुंदा एग्रीकल्चर च, फिर उस तो बाद डोमैसटिक यूज़ च, दैन थर्ड ते लास्ट आ गया इंडस्ट्री यूज़। चलो देखते हैं, ठीक है। बोथ इजिप्ट एंड साउदी अरेबिया यूज ऑलमोस्ट 80% ऑफ देयर वाटर फॉर एग्रीकल्चर। सीधा सीधा लिखता भी जिहड़ियां दोनों कंट्रियां वा इजिप्ट ते साउदी अरब, एक गल ध्यान रखियो इजिप्ट ते साउदी अरब दे जिहड़े जिहड़े फस्ट वर्ड कैपिटल लिखियो क्योंकि ये कंट्रीज़ के नाम, ठीक है। जो छोटे लिखांगे गलती होगी, ठीक है। हुण तुहाडे सामने सीधा सिंपल लिखा भी दोनों कंट्रियां ने की कीता ऑलमोस्ट 80% ऑफ ਉਹਦਾ वाटर है जिहड़ा एग्रीकल्चर वास्ते ਉਹਦੇ ਚ ਪਹਿਲੇ ਚ मैं एज कंपेयर्ड लाया सी, दैन सैकेंड च मैं एज अपोज लाया सी, दैन थर्ड च मैं की लाता इन कंपैरिजन टू। किहदे कंपैरिजन च आपां नूं पता भी होर किहड़े यूज़ सी उत्ते डोमैसटिक एंड इंडस्ट्री ਜਿਹੜੇ ਕਿੰਨੇ ਸੀ विच अकाउंट फॉर अप्रोक्सीमेटली 15% एंड 10% रिस्पैक्टिवली। ਜਿਹੜੇ कि कहता इजिप्ट आ देखो इजिप्ट ते साउदी अरेबिया ने 80% लगभग आपका हिस्सा एग्रीकल्चर वास्ते यूज़ किया एज अपोज टू या एज कंपेयर टू दूजे किहड़े सी डोमैसटिक ते इंडस्ट्री जिहड़े कि लगभग जिहड़ा तो हैगा वा डोमैसटिक वो लगभग 15% ते आ ते जिहड़ा इंडस्ट्री आ वो लगभग 10% ते आ। ਉਹੀ चीज़ इत्थे लिखी आपां भी इन कंपैरिजन टू डोमैसटिक एंड इंडस्ट्री विच अकाउंट फॉर अप्रोक्सीमेटली 15% एंड 10% रिस्पैक्टिवली, ठीक है। हुण तां आपां नूं पता वा भी इन्हां दोनों ने तो एवें कीता पर जिहड़ा कैनेडा सीगा ਉਹਦੇ 'ਚ ਉਹਦੇ 'ਤੇ ਉਲਟ ਗੱਲ ਹੋਈ ਆ। ਉਹਦੇ 'ਚ ਕੀ ਦੇਖੋ ਇਹਦੇ 'ਚ ਕੀ ਆ ਇੰਡਸਟਰੀ ਦਾ ਜ਼ਿਆਦਾ ਸੀ ਡੋਮੈਸਟਿਕ ਦਾ ਘੱਟ ਆ, ਉਹ ਇਹਦੇ 'ਚ ਐਗਰੀਕਲਚਰ ਦਾ ਜ਼ਿਆਦਾ ਸੀ ਡੋਮੈਸਟਿਕ ਦਾ ਉਸ ਤੋਂ ਘੱਟ ਇੰਡਸਟਰੀ ਦਾ ਉਸ ਤੋਂ ਘੱਟ। ਦੋਨਾਂ ਦੇ ਕੇਸ ਦੇ ਵਿੱਚ ਐਵੇਂ ਆ ਮਤਲਬ ਐਵੇਂ ਟਰੈਂਡ ਇਹਦਾ ਡਾਊਨਵਰਡ ਜਾ ਰਿਹਾ। बट ये की है कैनेडा के स्टार्टिंग एग्रीकल्चर का सारा घट आ डोमैसटिक का उस तो ज़्यादा तो जो लास्ट इंडस्ट्री होता मतलब जमा अपोजिट ट्रेंड जा रहा जमा रिवर्स गल हो रही है। करके मैं जरा इत्थे कनैक्टर अपना लाया द रिवर्स इज सीन। मैं क्या भी रिवर्स देखा गया कैनेडा दे विच, ठीक है।
वेयर ओनली 10% जिसे सिर्फ 10% वाटर इज यूज्ड फॉर एग्रीकल्चर, सिर्फ 10% वाटर एग्रीकल्चर वास्ते यूज होया, डोमैस्टिक परपज़ वास्ते ते इंडस्ट्री वास्ते उस तो ज़्यादा वाटर यूज़ होया जिहड़ा कितना सी विच वॉज 80% ऑफ वाटर इन कैनेडा, लगभग 80% वाटर जिहड़ा सी ओहदे इंडस्ट्री वास्ते यूज़ है। दोबारा आप लाइन देख लैंदे द रिवर्स इज सीन इन कैनेडा, ਉਹਦੇ उल्ट देखा गया रिवर्स विच वॉज ओनली 10% ऑफ वाटर इज यूज्ड फॉर एग्रीकल्चर एंड डोमैस्टिक परपज़, भी लगभग 10% ही कहते भी आ देखो लगभग सेम ही आ गई, कहना भी सिर्फ 10% ही इंडिविजुअली 10% मतलब 10% डोमैस्टिक एग्रीकल्चर 10% ही डोमैस्टिक सी, पर जिहड़ा अपना इंडस्ट्री सीगी ਉਹਦੇ वास्ते लगभग एक मेजोरिटी केस जिहड़ा 80% ऑफ वाटर यूज़ होया कैनेडा दे विच। सो इस तरीके नाल तुसीं अपना टास्क जिहड़ा 2 आ मल्टीग्राफ्स ਉਹਨੂੰ डील कर सकते हो, हैंडल कर सकते हो। ਇਹਦੇ वर्ड मेरे लगभग 189 वर्ड बने आ, ठीक आ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਮੇਨ ਹੁਣ ਦੱਸਣ ਲੱਗਾ ਉਹਨੂੰ ਧਿਆਨ 'ਚ ਰੱਖਿਓ ਵੀ ਸਾਰਿਆਂ ਨਾਲ ਪਹਿਲਾਂ ਤਾਂ ਇੰਟਰੋ ਆਪਣੀ ਪੈਸਿਵ 'ਚ ਬਣਾਉਣ ਦੀ ਟਰਾਈ ਕਰਿਆ ਕਰੋ, ਦੈਨ ਆਪਣਾ ਓਵਰਆਲ ਦੇ ਵਿੱਚ ਕੋਈ ਵੀ ਚੀਜ਼ ਓਵਰਆਲ ਦੇ ਵਿੱਚ ਕਦੇ ਵੀ ਕੋਈ ਵੀ ਬੰਦਾ ਡਾਟਾ ਨਾ ਪਾਵੇ, ਡਾਟਾ ਨਹੀਂ ਪਾਈਦਾ ਹੁੰਦਾ ਓਵਰਆਲ ਦੇ ਵਿੱਚ, ਸਿਰਫ ਮੇਨ ਚੇਂਜਿਸ ਦੱਸਣੇ ਹੁੰਦੇ ਆ ਤੇ ਮੇਨ ਆਪਣੇ ਜਿਹੜੇ ਮੈਜੋਰਟੀ ਕੀ ਆ ਤੇ ਸਾਰਿਆਂ ਨਾਲ ਘੱਟ ਵੈਲਿਊ ਕਿਹਦੀ ਹੈ, ਸਾਰਿਆਂ ਨਾਲ ਵੱਧ ਵੈਲਿਊ ਕਿਹਦੀ ਆ ਉਹ ਦੱਸਣੇ ਹੁੰਦੇ ਆ। ਓਵਰਆਲ ਦੇ ਵਿੱਚ ਕਦੇ ਵੀ ਡਾਟਾ ਨਹੀਂ ਹੁੰਦਾ। ਦੈਨ ਕੀ ਆ ਆਪਣੀ ਵੈਰੀਏਸ਼ਨਸ ਸ਼ੋ ਕਰੋ ਵੀ ਅਸੀਂ ਐਗਜ਼ਾਮੀਨਰ ਨੂੰ ਇਹ ਦਿਖਾਓ ਵੀ ਸਾਨੂੰ ਸਿੰਪਲ ਸੈਂਟੈਂਸ ਵੀ ਬਣਾਉਣਾ ਆਉਂਦਾ ਤੇ ਸਾਨੂੰ ਕੰਪਲੈਕਸ ਸੈਂਟੈਂਸ ਵੀ ਬਣਾਉਣਾ ਆਉਂਦਾ, ਤੇ ਜਿੰਨਾ ਜ਼ਿਆਦਾ ਹੋ ਸਕੇ ਕੰਪੈਰੀਜ਼ਨ ਦੇ ਨਾਲ ਐਗਜ਼ਾਮੀਨਰ ਨੂੰ ਆਪਣਾ टास्क 1 लिख के दिखाओ, क्योंकि 2 चीज़ां जो दित्तियां ਉਹਦਾ ਮਤਲਬ ਸਿੱਧਾ ਹੀ ਆ ਵੀ ਅਗਲਾ ਕਹਿੰਦਾ ਵੀ ਜੇ ਕੋਈ 2 ਚੀਜ਼ਾਂ ਤੁਹਾਨੂੰ ਦਿੱਤੀਆਂ ਤੁਸੀਂ ਉਹਦਾ ਕੰਪੈਰੀਜ਼ਨ ਹੀ ਕਰੋ। ਜੇ ਇੱਕ ਚੀਜ਼ ਹੁੰਦੀ ਉਹਦੀ ਗੱਲ ਅੱਡ ਆ, ਪਰ ਜਦੋਂ 2 ਚੀਜ਼ਾਂ ਦੇ ਦਿੱਤੀਆਂ ਉਹਦਾ ਆਪਾਂ ਨੂੰ ਕੰਪੈਰੀਜ਼ਨ ਕਰਨਾ ਹੀ ਪੈਣਾ, ਤੇ ਉਸ ਕੰਪੈਰੀਜ਼ਨ ਵਾਸਤੇ ਹੀ ਮੈਂ ਵਰਡ ਲਾਏ ਸੀ ਐਜ਼ ਕੰਪੇਅਰ ਟੂ, ਐਜ਼ ਅਪੋਜ਼ ਟੂ, ਕੰਪੈਰੀਜ਼ਨ ਆਫ ਵਗੈਰਾ ਐਵੇਂ ਵਰਗੇ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਵਧੀਆ ਤੇ ਸਹੀ ਜਿਹਨੂੰ ਕਹਿੰਦੇ ਆ ਵਧੀਆ ਟਾਸਕ ਰਿਸਪੌਂਸ ਵਾਲਾ ਵਧੀਆ ਜਿਹਦਾ ਸਟਰਕਚਰ ਪਲੱਸ ਲੈਕਸੀਕਲ ਰਿਸੋਰਸਿਸ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਨਾਲ ਲਿਖ ਕੇ ਆਪਾਂ ਆਪਣੇ ਟਾਸਕ 1 ਨੂੰ ਲਿਖ ਸਕਦੇ ਹਾਂ। ਓਕੇ, ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।